ਸਤਿਕਾਰਯੋਗ ਸਤਿਗੁਰਾਂ ਦੀ ਸਾਜੀ ਨਿਵਾਜੀ ਗੁਰੂ ਰੂਪ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀ, ਧੰਨ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀਆਂ ਨੇ ਰਹਿਮਤ ਬਖਸ਼ਿਸ਼ ਕੀਤੀ ਹੈ। ਜਿਨ੍ਹਾਂ ਦੀ ਕਿਰਪਾ ਸਦਕਾ ਸਤਿਗੁਰੂ ਮਹਾਰਾਜ ਜੀਆਂ ਦੀ ਪਵਿੱਤਰ ਗੁਰਬਾਣੀ ਨੂੰ ਪੜ੍ਹਨ ਦਾ, ਗੁਰਬਾਣੀ ਨੂੰ ਸੁਣਨ ਦਾ ਸੁਭਾਗ ਸਮਾਂ ਪ੍ਰਾਪਤ ਹੋਇਆ ਹੈ। ਮਨੁੱਖ ਦੀ ਹਰ ਇੱਕ ਦੀ ਇੱਛਾ ਹੈ, ਭਾਵੇਂ ਉਹ ਕਿਸੇ ਵੀ ਧਰਮ ਦਾ ਹੋਵੇ, ਕਿਸੇ ਵੀ ਮਜ਼ਹਬ ਦਾ ਹੋਵੇ, ਕਿਸੇ ਵੀ ਗੁਰੂ ਇਸ਼ਟ ਨੂੰ ਧਿਆਉਂਦਾ ਹੋਵੇ, ਉਸ ਦੀ ਮੇਨ ਇੱਛਾ ਹੈ ਸੁੱਖ। ਕਿਸੇ ਤਰੀਕੇ ਦੇ ਨਾਲ ਸੁੱਖ ਹੈ ਜਿਹੜੇ ਉਹ ਮਿਲ ਜਾਣ। ਕਮਾਲ ਦੀ ਗੱਲ ਹੈ ਕਿ ਮਨੁੱਖ ਜਿਹੜੀਆਂ ਵਸਤੂਆਂ ਦੇ ਵਿੱਚੋਂ ਸੁੱਖ ਲੱਭਦਾ ਹੈ, ਇਹਨੂੰ ਉਹਨਾਂ ਦੇ ਵਿੱਚੋਂ ਸੁੱਖ ਮਿਲਦਾ ਹੀ ਨਹੀਂ। ਮਨੁੱਖ ਨੂੰ ਬਹੁਤੇ ਧਨ ਦੀ ਲੋੜ ਤੇ ਨਹੀਂ ਹੈ, ਪਰ ਇਹ ਬਹੁਤਾ ਧਨ ਇਕੱਠਾ ਇਸ ਵਾਸਤੇ ਕਰਦਾ ਹੈ ਕਿ ਇਸ ਧਨ ਦੇ ਵਿੱਚੋਂ ਮੈਨੂੰ ਸੁੱਖ ਮਿਲ ਜਾਣ। ਪਰ ਐਸਾ ਕਦੀ ਹੋਇਆ ਹੀ ਨਹੀਂ ਕਿ ਜਿਹਦੇ ਕੋਲ ਬਹੁਤਾ ਧਨ ਹੈ ਉਹ ਕੋਈ ਬਹੁਤਾ ਸੁਖੀ ਹੋਵੇ। ਮਨੁੱਖ ਸਮਾਜ ਦੇ ਵਿੱਚ ਆਪਣੇ ਮਿੱਤਰ ਦੋਸਤ ਬਣਾਉਂਦਾ ਹੈ ਤਾਂ ਕਿ ਮੈਨੂੰ ਇਹਨਾਂ ਤੋਂ ਕੋਈ ਸੁੱਖ ਮਿਲ ਜਾਵੇ, ਪਰ ਮਨੁੱਖ ਨੂੰ ਮਿੱਤਰ ਦੋਸਤਾਂ ਤੋਂ ਕੋਈ ਬਹੁਤਾ ਸੁੱਖ ਨਹੀਂ ਮਿਲਦਾ। ਮਨੁੱਖ ਨੂੰ ਪਤਨੀ ਤੋਂ ਬਹੁਤਾ ਸੁੱਖ ਨਹੀਂ ਮਿਲਦਾ, ਪਤਨੀ ਨੂੰ ਪਤੀ ਤੋਂ ਬਹੁਤਾ ਸੁੱਖ ਨਹੀਂ ਮਿਲਦਾ। ਇਹ ਸਿਰਫ ਤੇ ਸਿਰਫ ਇੱਕ ਸਹਾਰਾ ਨੇ, ਇਹ ਮੰਜ਼ਿਲ ਨਹੀਂ ਹੈ। ਇਹ ਸਭ ਦੇ ਸਭ ਸਹਾਰੇ ਨੇ, ਮਿੱਤਰ ਦੋਸਤ ਨੇ, ਮਾਂ ਬਾਪ ਨੇ, ਪਤੀ ਹੈ, ਪਤਨੀ ਹੈ, ਬੱਚੇ ਨੇ, ਧਨ ਹੈ। ਇਹ ਸਾਰਾ ਕੁਝ ਹੈ ਜਿਹੜਾ ਇਹ ਇੱਕ ਸਹਾਰੇ ਨੇ, ਸਦੀਵੀ ਸੁੱਖ ਨਹੀਂ ਹੈ। ਦੁਨੀਆ ਦੇ ਵਿੱਚ ਕੋਈ ਵੱਡਾ ਰੋਗ ਕਿਸੇ ਦੇ ਸਰੀਰ ਨੂੰ ਲੱਗ ਜਾਵੇ ਤੇ ਮਨੁੱਖ ਕਹਿ ਦਿੰਦਾ ਕਿ ਡਾਕਟਰ ਵੈਦ ਹਕੀਮ ਨੂੰ ਜਿੰਨਾ ਮਰਜ਼ੀ ਧਲ ਲੈ ਲੈ, ਪਰ ਮੈਨੂੰ ਇਸ ਦੁੱਖ ਤੋਂ ਛੁਟਕਾਰਾ ਦਵਾ ਦੇ। ਤਾਂ ਦੁੱਖ ਤੋਂ ਛੁਟਕਾਰਾ ਨਹੀਂ ਮਿਲਦਾ, ਰੋਗ ਤੋਂ ਛੁਟਕਾਰਾ ਨਹੀਂ ਮਿਲਦਾ। ਧਨ ਹੈ ਜਿਹੜਾ ਇਹ ਸੁੱਖ ਨਹੀਂ ਦੇ ਸਕਿਆ। ਕੋਈ ਡਾਕੂ ਮਨੁੱਖ ਦੇ ਸਿਰ ਦੇ ਉੱਪਰ ਰਾਈਫਲ ਤਾਣ ਲਵੇ ਕਿ ਜਿੰਨਾ ਤੇਰੇ ਕੋਲ ਧਨ ਹੈ ਰੱਖ ਦੇ, ਵਰਨਾ ਮੈਂ ਤੇਰੀ ਜਾਨ ਲੈ ਲਾਂਗਾ। ਮਨੁੱਖ ਸਾਰੇ ਦਾ ਸਾਰਾ ਧਨ ਉਸ ਡਾਕੂ ਨੂੰ ਦੇ ਦਿੰਦਾ ਹੈ ਕਿ ਤੂੰ ਮੇਰੀ ਜਾਨ ਬਖਸ਼ ਦੇ। ਧਨ ਸਾਰੇ ਦਾ ਸਾਰਾ ਕੁਰਬਾਨ ਕਰ ਦਿੰਦਾ ਹੈ। ਮਿੱਤਰ ਬਹੁਤੇ ਬਣਾਏ ਨੇ,
ਪਰ ਇਹ ਮਿੱਤਰ ਇਸ ਵਾਸਤੇ ਬਣਾਉਂਦਾ ਹੈ ਕਿ ਮੈਨੂੰ ਸੁੱਖ ਮਿਲ ਜਾਵੇ। ਜੇ ਕੋਈ ਮਿੱਤਰ ਨਾ ਸੁੱਖ ਦੇਵੇ ਤੇ ਇਹ ਮਿੱਤਰਤਾ ਹੀ ਬਹੁਤ ਜਲਦੀ ਮਨੁੱਖ ਦੀ ਟੁੱਟ ਜਾਂਦੀ ਹੈ। ਪਤੀ ਤੋਂ ਬਹੁਤਾ ਸੁੱਖ ਨਾ ਮਿਲੇ। ਇੱਕ ਪਤੀ ਨੂੰ ਪਤਨੀ ਤੋਂ ਬਹੁਤਾ ਸੁੱਖ ਨਾ ਮਿਲੇ, ਨੌਬਤ ਤਲਾਕ ਤੱਕ ਪਹੁੰਚ ਜਾਂਦੀ ਹੈ। ਅਕਸਰ ਬਹੁਤੇ ਸਮਾਜ ਦੇ ਵਿੱਚ ਮਾਂ ਬਾਪ ਦਾ ਤਲਾਕ ਹੋ ਜਾਂਦਾ ਹੈ, ਬੱਚੇ ਰੁਲਦੇ ਨੇ। ਸੋਚਿਆ ਸੀ ਕਿ ਬਹੁਤੇ ਸੁੱਖ ਮਿਲਣਗੇ, ਪਰ ਮਿਲੇ ਨਹੀਂ ਹੈ। ਇੱਕ ਭਰਾ ਆਪਣੇ ਸਕੇ ਭਰਾ ਦੀ ਸੱਜੀ ਬਾਂਹ ਹੁੰਦਾ ਹੈ, ਪਰ ਜੇ ਭਰਾ ਨੂੰ ਭਰਾ ਤੋਂ ਸੁੱਖ ਨਾ ਮਿਲੇ, ਇੱਕ ਘਰ ਦੇ ਵਿਚਕਾਰ ਕੰਧਾਂ ਨਿਕਲ ਜਾਂਦੀਆਂ ਨੇ, ਆਪਸ ਵਿੱਚ ਦੀ ਦੋਨੇ ਭਰਾ ਦੁਸ਼ਮਣ ਵੀ ਬਣ ਜਾਂਦੇ ਨੇ। ਕਾਰਨ ਸੋਚਿਆ ਸੀ ਕਿ ਸੁੱਖ ਮਿਲੂਗਾ, ਪਰ ਸਕੇ ਭਰਾ ਤੋਂ ਸੁੱਖ ਨਹੀਂ ਮਿਲਿਆ, ਅੱਜ ਦੁਸ਼ਮਣੀ 'ਚ ਬਦਲ ਗਏ ਨੇ। ਕਿਸੇ ਤੋਂ ਵੀ ਸੁੱਖ ਨਹੀਂ ਮਿਲਿਆ। ਹੋਰ ਤੇ ਹੋਰ ਮਨੁੱਖ ਨੂੰ ਜੇ ਸੁੱਖ ਆਪਣੀ ਦੇਹੀ ਤੋਂ ਨਾ ਮਿਲੇ, ਇਹ ਆਪਣੀ ਦੇਹੀ ਨੂੰ ਵੀ ਖਤਮ ਕਰ ਲੈਂਦਾ ਹੈ। ਬਹੁਤੇ ਸਮਾਜ ਦੇ ਵਿੱਚ ਆਤਮ ਹੱਤਿਆ ਕਰ ਲੈਂਦੇ ਨੇ ਕਿ ਜੇ ਦੇਹੀ ਤੋਂ ਸੁੱਖ ਨਹੀਂ ਮਿਲਿਆ ਤੇ ਚਲੋ ਹੁਣ ਇਸ ਨੂੰ ਇੱਕ ਪਾਸੇ ਸੁੱਟ ਦਿੰਦੇ ਹਾਂ। ਬਹੁਤੇ ਲੋਕ ਆਤਮ ਹੱਤਿਆ ਕਰਦੇ ਨੇ। ਤੋ ਇਹ ਮਨੁੱਖ ਹਮੇਸ਼ਾ ਹੀ ਸੁੱਖ ਦੀ ਤਲਾਸ਼ ਦੇ ਵਿੱਚ ਰਹਿੰਦਾ ਹੈ। ਸੁੱਖ ਮਿਲੇ, ਕਿਵੇਂ ਨਾ ਕਿਵੇਂ ਕਰਕੇ ਕੋਈ ਉਦਮ ਉਪਰਾਲਾ ਕਰੀਏ ਜਿਹਦੇ ਨਾਲ ਸੁੱਖ ਮਿਲ ਜਾਵੇ। ਧਾਰਮਿਕ ਸਥਾਨ 'ਤੇ ਜਾਈਏ, ਗੁਰੂ ਦੀ ਆਰਾਧਨਾ ਕਰੀਏ, ਗੁਰੂ ਦੀ ਸੇਵਾ ਕਰੀਏ, ਸ਼ਾਇਦ ਸੁੱਖ ਮਿਲ ਜਾਵੇ, ਪਰ ਐਸਾ ਕਦੀ ਹੋਇਆ ਨਹੀਂ ਹੈ। ਬਹੁਤੇ ਸਿਮਰਨ ਕਰਨ ਵਾਲੇ, ਬਹੁਤੇ ਸੇਵਾ ਕਰਨ ਵਾਲੇ ਦੁਖੀ ਨੇ। ਤੋ ਇਸ ਦਾ ਕਾਰਨ ਕੀ ਹੈ? ਗੁਰੂ ਸਾਹਿਬ ਜੀ ਮਹਾਰਾਜ, ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀਆਂ ਦੇ ਵਿੱਚ ਗੁਰਬਾਣੀ ਦੀਆਂ ਪੰਗਤੀਆਂ ਆਉਂਦੀਆਂ ਨੇ, ਗੁਰ ਸੇਵਾ ਤੇ ਸੁਖ ਉਪਜੈ, ਫਿਰ ਦੁੱਖ ਨਾ ਲੱਗੈ ਆਏ। ਜੰਮਣ ਮਰਨਾ ਮਿਟ ਗਿਆ, ਕਾਲੈ ਕਾ ਕਿਛ ਨਾ ਬਸਾਏ। ਗੁਰੂ ਦੀ ਸੇਵਾ, ਗੁਰ ਸੇਵਾ ਤੇ ਸੁਖ ਉਪਜੈ, ਫਿਰ ਦੁੱਖ ਨਾ ਲੱਗੈ ਆਏ। ਗੁਰੂ ਦੀ ਸੇਵਾ ਕੀ ਹੈ? ਸਿਮਰਨ। ਗੁਰੂ ਦੀ ਸੇਵਾ ਕੀ ਹੈ? ਉਹ ਹੈ ਸਿਮਰਨ, ਯਾਦ ਕਰਨਾ, ਚੇਤੇ ਕਰਨਾ ਗੁਰੂ ਨੂੰ। ਸੇਵਾ ਕਿਸ ਦੀ ਕੀਤੀ ਜਾਂਦੀ ਹੈ? ਸੇਵਾ ਹਮੇਸ਼ਾ ਉਸ ਦੀ ਕੀਤੀ ਜਾਂਦੀ ਹੈ ਜੋ ਸਾਥੋਂ ਪਿੱਛੇ ਹੈ। ਵਿੱਚ ਦੁਨੀਆ ਸੇਵ ਕਮਾਈ ਹੈ, ਤਾਂ ਦਰਗਹਿ ਬੈਸਣ ਪਾਈ ਹੈ। ਕਿ ਜੋ ਸਾਥੋਂ ਪਿੱਛੇ ਹੈ, ਸੇਵਾ ਉਸ ਦੀ ਕੀਤੀ ਜਾਂਦੀ ਹੈ। ਜੋ ਸਾਥੋਂ ਸਰੀਰ ਤੇ ਤਾਕਤ ਕਰਕੇ ਪਿੱਛੇ ਹੈ, ਔਰ ਜੋ ਸਾਥੋਂ ਧਨ ਕਰਕੇ ਪਿੱਛੇ ਹੈ, ਜੋ ਸਾਥੋਂ ਘਰ ਕਰਕੇ ਪਿੱਛੇ ਹੈ, ਜੋ ਸਾਥੋਂ ਮਨੁੱਖ ਪਿਛਾਂਹ ਹੈ, ਉਹਦੀ ਸੇਵਾ ਕਰਕੇ ਉਹਨੂੰ ਬਰਾਬਰ ਲੈ ਕੇ ਆਉਣਾ, ਇਹ ਦੁਨੀਆ ਦੇ ਵਿੱਚ ਸੇਵਾ ਕਰਨੀ ਹੈ ਮਨੁੱਖ ਦੀ। ਕਿਉਂਕਿ ਗੁਰੂ ਸਾਹਿਬ ਜੀ ਮਹਾਰਾਜ ਜੀਆਂ ਨੇ ਸਾਫ਼ ਕਹਿ ਦਿੱਤਾ, ਵਿੱਚ ਦੁਨੀਆ ਸੇਵ ਕਮਾਈ ਹੈ। ਸੇਵਾ ਉਹਦੀ ਕਰਨੀ ਹੈ ਜੋ ਸਾਥੋਂ ਪਿਛਾਂਹ ਹੈ। ਉਹਦੇ ਸੇਵਾ ਕਰ ਕਰਕੇ ਹਮੇਸ਼ਾ ਹੀ ਆਪ ਤੋਂ ਕਮਜ਼ੋਰ ਦੀ ਸੇਵਾ ਕੀਤੀ ਜਾਂਦੀ ਹੈ, ਆਪ ਤੋਂ ਤਾਕਤਵਰ ਦੀ ਨਹੀਂ। ਬਹੁਤੇ ਮਨੁੱਖ ਇਸੇ ਚੱਕਰ ਦੇ ਵਿੱਚ ਰਹਿੰਦੇ ਨੇ ਕਿ ਅਸੀਂ ਅਕਾਲ ਪੁਰਖ ਦੀ ਸੇਵਾ ਕਰਦੇ ਹਾਂ,
ਅਕਾਲ ਪੁਰਖ ਮਹਾਰਾਜ ਸਾਡੀ ਖੁਦ ਸੇਵਾ ਕਰ ਰਹੇ ਨੇ, ਸਾਥੋਂ ਵੱਡੇ ਨੇ। ਪਤਾ ਨਹੀਂ ਕਿੰਨਾ ਕੁ ਪਾਣੀ ਪਰਮਾਤਮਾ ਨੇ ਸਾਡੇ ਜੀਣ ਵਾਸਤੇ ਪੈਦਾ ਕੀਤਾ ਹੈ। ਪਤਾ ਨਹੀਂ ਕਿੰਨੇ ਪ੍ਰਕਾਰ ਦੀ ਹਵਾ ਪਰਮਾਤਮਾ ਇਸ ਸ੍ਰਿਸ਼ਟੀ 'ਤੇ ਚਲਾ ਰਿਹਾ ਹੈ ਤਾਂ ਕਿ ਮਨੁੱਖ ਜੀਵਤ ਰਹਿਣ, ਇਹ ਜਿਉਂਦੇ ਰਹਿਣ, ਇਹਨਾਂ ਨੂੰ ਹਵਾ ਮਿਲਦੀ ਰਹੇ। ਕਦੇ ਪਰਮਾਤਮਾ ਹਵਾ ਦੇ ਰੂਪ ਦੇ ਵਿੱਚ ਆ ਕੇ ਸਾਡੀ ਸੇਵਾ ਕਰਦਾ ਹੈ, ਕਦੇ ਪਾਣੀ ਦੇ ਰੂਪ ਦੇ ਵਿੱਚ ਆ ਕੇ ਸੇਵਾ ਕਰਦਾ ਹੈ। ਗਜਬ ਦੀ ਗੱਲ ਹੈ ਕਿ ਪਰਮਾਤਮਾ ਕਦੇ ਸੂਰਜ ਦੇ ਰੂਪ ਦੇ ਵਿੱਚ ਆ ਕੇ ਸਾਡੀ ਸੇਵਾ ਕਰਦਾ ਹੈ, ਗ੍ਰਹਿ ਨਛੱਤਰ ਤਾਰਿਆਂ ਦੇ ਰੂਪ ਦੇ ਵਿੱਚ ਆ ਕੇ ਸਾਡੀ ਸੇਵਾ ਕਰਦਾ ਹੈ। ਇਹ ਸਾਰੀ ਦੀ ਸਾਰੀ ਸੇਵਾ ਪਰਮਾਤਮਾ ਸਭ ਦੀ ਕਰ ਰਿਹਾ ਹੈ। ਤੋ ਸੇਵਾ ਕਿਸ ਦੀ ਕੀਤੀ ਜਾਂਦੀ ਹੈ? ਜੋ ਆਪ ਸਾਡੇ ਤੋਂ ਪਿੱਛੇ ਹੈ। ਤੋ ਪਰਮਾਤਮਾ ਸਾਥੋਂ ਪਿੱਛੇ ਨਹੀਂ ਹੈ। ਪਰਮਾਤਮਾ ਨੂੰ ਅਸੀਂ ਇੱਥੇ ਗੁਰ ਸੇਵਾ ਤੇ ਸੁੱਖ ਉਪਜਾ, ਇੱਥੇ ਸੇਵਾ ਦਾ ਅਰਥ ਹੈ ਸਿਮਰਨ, ਬੰਦਗੀ। ਉਹਨੂੰ ਚੇਤੇ ਕਰੋ, ਸਿਮਰਨ ਕਰੋ, ਸੇਵਾ ਆਪ ਤੋਂ ਛੋਟੇ ਦੀ ਕਰੋ ਤਾਂ ਕਿ ਤੁਹਾਡੇ ਉਹ ਬਰਾਬਰ ਆ ਸਕੇ। ਮਨੁੱਖ ਇਸ ਦੇ ਉਲਟ ਚੱਲਦਾ ਹੈ ਕਿ ਮੈਂ ਪਰਮਾਤਮਾ ਦੀ ਸੇਵਾ ਕਰਦਾ ਹਾਂ। ਇੱਕ ਮਾਂ ਬਾਪ ਆਪਣੇ ਛੋਟੇ ਜਿਹੇ ਨਾਦਾਨ ਬੱਚੇ ਦੀ ਸੇਵਾ ਕਰਦੇ ਨੇ, ਦੁਨੀਆਦਾਰੀ ਦੇ ਵਿੱਚ ਦੇਖਣ ਨੂੰ ਮਿਲਦਾ ਹੈ। ਕਿਉਂਕਿ ਬੱਚਾ ਨਾਦਾਨ ਹੈ, ਅਣਜਾਣ ਹੈ, ਸਰੀਰ ਵਿੱਚ ਕਮਜ਼ੋਰ ਹੈ, ਚੱਲਣਾ ਫਿਰਨਾ ਨਹੀਂ ਆਉਂਦਾ, ਹਜੇ ਤੱਕ ਬੋਲਣਾ ਨਹੀਂ ਆਉਂਦਾ, ਕੋਈ ਕੰਮ ਨਹੀਂ ਕਰਨਾ ਆਉਂਦਾ। ਇਸ ਕਰਕੇ ਮਾਂ ਬਾਪ ਆਪਣੇ ਬੱਚੇ ਦੀ ਸੇਵਾ ਕਰਦੇ ਨੇ ਤਾਂ ਕਿ ਇਹ ਬੱਚਾ ਵੱਡਾ ਹੋਵੇ, ਇਹਨੂੰ ਬੋਲਣਾ ਆ ਜੇ, ਇਹਨੂੰ ਦੇਖਣਾ ਆ ਜੇ, ਇਹਨੂੰ ਚੱਲਣਾ ਆ ਜੇ, ਇਹਨੂੰ ਸੁਣਨਾ ਆ ਜੇ, ਇਹਨੂੰ ਸਾਰਾ ਕੁਛ ਦੁਨੀਆਦਾਰੀ ਦੇ ਵਿੱਚ ਕੰਮ ਧੰਦੇ ਕਰਨੇ ਆ ਜਾਣ। ਇਸ ਕਰਕੇ ਮਾਂ ਬਾਪ ਆਪਣੇ ਬੱਚੇ ਦੀ ਸੇਵਾ ਕਰਦੇ ਨੇ। ਜਦ ਸੇਵਾ ਕਰਦੇ ਕਰਦੇ ਮਾਂ ਬਾਪ ਬੁੱਢੇ ਹੋ ਜਾਂਦੇ ਨੇ ਤੇ ਬੱਚੇ ਤਾਕਤਵਰ ਹੋ ਜਾਂਦੇ ਨੇ, ਫਿਰ ਬੱਚੇ ਆਪਣੇ ਮਾਂ ਬਾਪ ਦੀ ਸੇਵਾ ਕਰਦੇ ਨੇ। ਉਹਨਾਂ ਨੂੰ ਰੋਟੀ ਦੇਣੀ ਹੈ, ਨਹਾਉਣ ਵਾਸਤੇ ਪਾਣੀ ਦੇਣਾ ਹੈ, ਜੋ ਕੁਛ ਉਹਨਾਂ ਨੂੰ ਖਾਣ ਨੂੰ ਚਾਹੀਦਾ, ਪਹਿਨਣ ਨੂੰ ਚਾਹੀਦਾ, ਪੀਣ ਨੂੰ ਚਾਹੀਦਾ, ਰਹਿਣ ਵਾਸਤੇ ਚਾਹੀਦਾ, ਸਾਰਾ ਕੁਛ ਉਹਨਾਂ ਨੂੰ ਬੱਚੇ ਦਿੰਦੇ ਨੇ। ਜਦੋਂ ਮਾਂ ਬਾਪ ਤਾਕਤਵਰ ਸੀ, ਕਮਜ਼ੋਰ ਬੱਚੇ ਦੀ ਸੇਵਾ ਕਰਦੇ ਰਹੇ ਨੇ। ਜਦੋਂ ਬੱਚੇ ਤਾਕਤਵਰ ਹੋ ਗਏ, ਮਾਂ ਬਾਪ ਕਮਜ਼ੋਰ ਹੋ ਗਏ, ਫਿਰ ਬੱਚੇ ਮਾਂ ਬਾਪ ਦੀ ਸੇਵਾ ਕਰਦੇ ਨੇ, ਕਿਉਂਕਿ ਫਿਰ ਮਾਂ ਬਾਪ ਜਿਹੜੇ ਨੇ ਕਮਜ਼ੋਰ ਹੋ ਗਏ। ਤੋ ਸੇਵਾ ਕਿਸ ਦੀ ਕੀਤੀ ਜਾਂਦੀ ਹੈ? ਆਪ ਤੋਂ ਕਮਜ਼ੋਰ ਦੀ, ਜੋ ਸਾਥੋਂ ਪਿੱਛੇ ਹੈ। ਗੁਰੂ ਸਾਹਿਬ ਜੀ ਮਹਾਰਾਜ ਕਹਿੰਦੇ, ਵਿੱਚ ਦੁਨੀਆ ਸੇਵ ਕਮਾਈ ਹੈ, ਤਾਂ ਦਰ ਗਏ ਵੈਸਨ ਪਾਈ ਹੈ। ਜੇ ਤੂੰ ਸੇਵਾ ਕਰਨੀ ਹੈ ਤੇ ਆਪ ਤੋਂ ਕਮਜ਼ੋਰ ਦੀ ਕਰ। ਹਮੇਸ਼ਾ ਹੀ ਸਾਰੀ ਸ੍ਰਿਸ਼ਟੀ ਦਾ ਇਸ ਤਰ੍ਹਾਂ ਪਰਮਾਤਮਾ ਨੇ ਸਿਰਜਣਾ ਕੀਤੀ ਹੈ। ਤੁਧ ਆਪੇ ਕਾਰੈ ਲਾਇਆ। ਸਭ ਦੇ ਸਭ ਜਿਹੜੇ ਨੇ ਉਹ ਗੁਰੂ ਸਾਹਿਬ ਜੀ ਮਹਾਰਾਜ ਨੇ, ਅਕਾਲ ਪੁਰਖ ਨੇ ਕਾਰ ਦੇ ਵਿੱਚ ਲਾਏ ਹੋਏ ਨੇ। ਪਹਿਲਾਂ ਮਾਂ ਬਾਪ ਬੱਚਿਆਂ ਦੀ ਸੇਵਾ ਕਰਦੇ ਨੇ, ਫਿਰ ਜਦ ਮਾਂ ਬਾਪ ਕਮਜ਼ੋਰ ਹੋ ਜਾਂਦੇ ਨੇ, ਬੱਚੇ ਆਪਣੇ ਮਾਂ ਬਾਪ ਦੀ ਸੇਵਾ ਕਰਦੇ ਨੇ। ਜੋ ਸਾਥੋਂ ਅਗਾਹਾਂ ਹੈ, ਉਹਦੇ ਸਿਮਰਨ ਤੇ ਬੰਦਗੀ, ਉਹਨੂੰ ਚੇਤੇ ਕਰਨਾ ਹੈ। ਧਾਰਮਿਕ ਜਗਤ ਦੇ ਵਿੱਚ ਇਹ ਆਇਆ ਹੈ ਕਿ ਮਨੁੱਖ ਆਪਣੋਂ ਕਮਜ਼ੋਰ ਦੇ ਸੇਵਾ ਕਰਕੇ ਉਹਨੂੰ ਆਪਣੇ ਬਰਾਬਰ ਲੈ ਕੇ ਆਉਂਦਾ ਹੈ। ਰਾਜਨੀਤਿਕ ਸਮਾਜ ਦੇ ਵਿੱਚ ਇਹ ਆਇਆ ਕਿ ਜਿਹੜਾ ਬੰਦਾ ਬਰਾਬਰ ਆਉਂਦਾ ਉਹਨੂੰ ਪਿਛਾਂ ਛੁੱਟਣਾ ਹੈ, ਉਹ ਬਰਦਾਸ਼ਤ ਨਹੀਂ ਕਰਦੇ। ਤੋ ਗੁਰੂ ਸਾਹਿਬ ਜੀ ਮਹਾਰਾਜ ਕਹਿੰਦੇ ਨੇ ਕਿ ਮਨੁੱਖ ਅਕਸਰ ਹੀ ਸਦੀਵੀ ਸੁੱਖ ਲੋੜਦਾ ਰਹਿੰਦਾ ਹੈ, ਕਿਤੋਂ ਮਿਲਣ ਪਰ ਨਹੀਂ ਮਿਲੇ ਕਿਤੋਂ। ਕਿਉਂਕਿ ਸੁੱਖ ਇਹੋ ਜਿਹੀ ਵਸਤੂ ਹੈ,
ਸੁਖ ਹੀ ਪਰਮਾਤਮਾ ਹੈ ਤੇ ਪਰਮਾਤਮਾ ਹੀ ਸੁਖ ਹੈ। ਜਿਹੜੇ ਸਦੀਵੀ ਸੁਖ ਜਿਹਨੂੰ ਆਨੰਦ ਦੀ ਵਸਤੂ ਕਹਿੰਦੇ ਆ, ਸੁਖ ਹੀ ਪਰਮਾਤਮਾ ਹੈ ਤੇ ਪਰਮਾਤਮਾ ਹੀ ਸੁਖ ਹੈ। ਜਦ ਪਰਮਾਤਮਾ ਹੀ ਮਿਲ ਗਿਆ ਮਨੁੱਖ ਨੂੰ ਸਦੀਵੀ ਸੁਖ ਸਾਰੇ ਦੇ ਸਾਰੇ ਮਿਲ ਜਾਂਦੇ ਨੇ। ਜਦ ਸੁਖ ਮਿਲ ਗਿਆ ਫਿਰ ਤੇ ਪਰਮਾਤਮਾ ਵੀ ਮਿਲ ਗਿਆ, ਕਿਉਂਕਿ ਪਰਮਾਤਮਾ ਮਿਲਦਿਆਂ ਹੀ ਸੁਖ ਮਿਲਦੇ ਨੇ, ਸੁਖ ਮਿਲਦਿਆਂ ਹੀ ਪਰਮਾਤਮਾ ਮਿਲਦਾ ਹੈ। ਗੁਰੂ ਸਾਹਿਬ ਜੀ ਮਹਾਰਾਜ ਕਹਿੰਦੇ ਨੇ ਕਿ ਜੋ ਤੈਥੋਂ ਪਿਛਾਂ ਹੈ ਉਹਦੀ ਸੇਵਾ ਕਰਕੇ ਤੂੰ ਆਪਣੇ ਬਰਾਬਰ ਲੈ ਕੇ ਆ। ਜਿਵੇਂ ਮਾਂ ਬਾਪ ਛੋਟੇ ਨਿਦਾਨ ਬੱਚੇ ਨੂੰ ਪਾਲ ਪਾਲ ਕੇ ਆਪਣੇ ਬਰਾਬਰ ਦਾ ਕਰ ਲੈਂਦੇ ਨੇ। ਜੋ ਸਾਥੋਂ ਅਗਾਂਹ ਹੈ ਉਸ ਦਾ ਸਿਮਰਨ ਕਰ, ਚੇਤੇ ਕਰ, ਬੰਦਗੀ ਕਰ। ਪਰ ਮਨੁੱਖ ਜੋ ਸਾਥੋਂ ਅਗਾਂਹ ਹੈ ਉਸ ਦੀ ਨਿੰਦਿਆ ਕਰਦਾ ਰਹਿੰਦਾ ਹੈ। ਔਰ ਨਿੰਦਿਆ ਹਮੇਸ਼ਾ ਹੀ ਸਮਾਜ ਦੇ ਵਿੱਚ ਉਹਦੀ ਕੀਤੀ ਜਾਂਦੀ ਹੈ ਜੋ ਮਨੁੱਖ ਤੋਂ ਅੱਗੇ ਹੋਵੇ, ਜੋ ਸਾਥੋਂ ਅੱਗੇ ਹੈ ਉਹਦੀ ਹਮੇਸ਼ਾ ਨਿੰਦਿਆ ਕੀਤੀ ਜਾਂਦੀ ਹੈ। ਜੋ ਸਾਥੋਂ ਪਿੱਛੇ ਹੈ ਉਹਦੀ ਕਦੇ ਨਿੰਦਿਆ ਨਹੀਂ ਕੀਤੀ ਜਾਂਦੀ। ਤੋ ਜੇ ਅਸੀਂ ਕਿਸੇ ਦੀ ਨਿੰਦਿਆ ਕਰ ਰਹੇ ਹਾਂ, ਨਿੰਦਿਆ ਕਰਨੀ ਕਿਸ ਨੂੰ ਕਹਿੰਦੇ ਨੇ? ਜਾਂ ਤੇ ਗੱਲ ਨੂੰ ਘਟਾ ਕੇ ਕਰਨਾ ਜਾਂ ਗੱਲ ਨੂੰ ਵਧਾ ਕੇ ਕਰਨਾ, ਇਸ ਨੂੰ ਨਿੰਦਿਆ ਕਹਿੰਦੇ ਨੇ। ਜਾਂ ਗੱਲ ਨੂੰ ਘਟਾ ਕੇ ਕਰਨਾ ਜਾਂ ਵਧਾ ਕੇ ਕਰਨਾ, ਇਸ ਨੂੰ ਨਿੰਦਿਆ ਕਹਿੰਦੇ ਨੇ। ਤੋ ਜਿਹੜਾ ਮਨੁੱਖ ਕਿਸੇ ਦੀ ਨਿੰਦਿਆ ਕਰ ਰਿਹਾ ਹੈ ਤੋ ਆਪਣੇ ਆਪ ਚੇਤੇ ਕਰ ਲੈਣਾ ਕਿ ਜਿਸ ਦੀ ਅਸੀਂ ਨਿੰਦਿਆ ਕਰ ਰਹੇ ਹਾਂ, ਜਿਸ ਦੀ ਗੱਲ ਨੂੰ ਘਟਾ ਕੇ ਵਧਾ ਕੇ ਕਰ ਰਹੇ ਹਾਂ, ਉਹ ਮਨੁੱਖ ਕਿਸੇ ਨਾ ਕਿਸੇ ਤਾਕਤ ਕਰਕੇ ਸਾਥੋਂ ਅੱਗੇ ਹੈ। ਭਾਵੇਂ ਉਹ ਧਨ ਕਰਕੇ ਸਾਥੋਂ ਅੱਗੇ ਹੋਵੇ, ਭਾਵੇਂ ਔਲਾਦ ਕਰਕੇ ਸਾਥੋਂ ਅੱਗੇ ਹੋਵੇ, ਭਾਵੇਂ ਸਰੀਰ ਦੀ ਤਾਕਤ ਕਰਕੇ ਸਾਥੋਂ ਅੱਗੇ ਹੋਵੇ, ਕੋਈ ਨਾ ਕੋਈ ਕਾਰਨ ਹੈ ਵੀ ਜਿਸ ਦੀ ਅਸੀਂ ਨਿੰਦਿਆ ਕਰਦੇ ਹਾਂ ਸਾਥੋਂ ਅੱਗੇ ਹੈ। ਕੋਈ ਨਾ ਕੋਈ ਤੇ ਕਾਰਨ ਹੈ। ਮਨੁੱਖ ਦੇ ਸਾਰੀ ਦੀ ਸਾਰੀ ਜ਼ਿੰਦਗੀ ਇਹਨਾਂ ਗੱਲਾਂ ਦੇ ਵਿਚਕਾਰ ਨਿਕਲ ਜਾਂਦੀ ਹੈ ਕਿ ਕਿਵੇਂ ਨਾ ਕਿਵੇਂ ਸਦੀਵੀ ਸੁੱਖ ਮਿਲ ਜਾਣ। ਪਰ ਜਿਹੜੀ ਜਗ੍ਹਾ ਤੋਂ ਇਹ ਸੁੱਖ ਲੱਭਦਾ ਹੈ ਉੱਥੋਂ ਇਹਨੂੰ ਸੁੱਖ ਨਹੀਂ ਮਿਲਦੇ। ਮਿਲਦੇ ਨੇ ਕੁਛ ਪਲਾਂ ਦੀ, ਕੁਛ ਘੜੀ ਦਾ ਸੁੱਖ, ਪਰ ਕਰਿਆ ਕੀ ਜਾਵੇ, ਜਿਹੜੇ ਇਹੋ ਜਿਹੇ ਸੁੱਖ ਮਿਲਦੇ ਨੇ ਅਕਸਰ ਉਹ ਦੁੱਖਾਂ ਦੇ ਵਿੱਚ ਤਬਦੀਲ ਹੋ ਜਾਂਦੇ ਨੇ। ਉਹ ਦੁੱਖਾਂ ਦੇ ਵਿੱਚ ਤਬਦੀਲ ਹੋ ਜਾਂਦੇ ਨੇ। ਐਸਾ ਕਿਹੜਾ ਸੁੱਖ ਹੈ ਜਿਹੜਾ ਸੁੱਖ ਲੱਭੀਏ ਦੁੱਖ ਦੇ ਵਿੱਚ ਤਬਦੀਲ ਨਾ ਹੋਵੇ? ਉਹ ਹੈ ਪਰਮਾਤਮਾ ਦੀ ਸਿਮਰਨ ਅਤੇ ਬੰਦਗੀ, ਪਰਮਾਤਮਾ ਨੂੰ ਸਦਾ ਚੇਤੇ ਕਰਦੇ ਰਹਿਣਾ। ਕਿਉਂਕਿ ਜਦ ਪਰਮਾਤਮਾ ਨੂੰ ਕੋਈ ਮਨੁੱਖ ਚੇਤੇ ਕਰਦਾ ਹੈ, ਸਿਮਰਨ ਬੰਦਗੀ ਉਸ ਦੀ ਕਰ ਰਿਹਾ ਹੈ, ਤੇ ਪਰਮਾਤਮਾ ਤਮਾਮ ਸਾਰੀ ਦੀ ਸਾਰੀ ਸ੍ਰਿਸ਼ਟੀ ਦਾ ਗਿਆਨ ਉਸ ਮਨੁੱਖ ਦੀ ਝੋਲੀ ਦੇ ਵਿੱਚ ਪਾ ਦਿੰਦਾ ਹੈ। ਸਾਰੇ ਦਾ ਸਾਰਾ ਗਿਆਨ ਉਸ ਦੀ ਝੋਲੀ ਵਿੱਚ ਪਾ ਦਿੰਦਾ ਹੈ। ਗੁਰ ਸੇਵਾ ਤੇ ਸੁਖ ਉਪਜੈ, ਫਿਰ ਦੁੱਖ ਨਾ ਲੱਗੈ ਆਏ। ਜੰਮਣ ਮਰਨਾ ਮਿਟ ਗਿਆ, ਕਾਲੈ ਕਾ ਕਿਛ ਨਾ ਵਸਾਏ। ਇੱਥੇ ਜਿਹੜੀ ਸੇਵਾ ਸ਼ਬਦ ਹੈ ਇਹਦੇ ਅਰਥ ਨੇ ਸਿਮਰਨ, ਬੰਦਗੀ, ਚੇਤੇ ਕਰਨਾ। ਕਿ ਜਿਸ ਪਰਮਾਤਮਾ ਨੇ ਸਾਡੀ ਪੈਦਾਇਸ਼ ਕੀਤੀ ਹੈ ਉਹਨੂੰ ਚੇਤੇ ਕਰੋ, ਉਸ ਦਾ ਸਿਮਰਨ ਕਰੋ, ਬੰਦਗੀ ਕਰੋ, ਤਾਂ ਕਿ ਇਸ ਤਮਾਮ ਸ੍ਰਿਸ਼ਟੀ ਦਾ ਗਿਆਨ ਉਹ ਤੁਹਾਡੀ ਝੋਲੀ ਦੇ ਵਿੱਚ ਪਾ ਦੇਣ। ਮਨੁੱਖ ਸਾਰੀ ਜ਼ਿੰਦਗੀ ਇਸੇ ਭੁਲੇਖੇ ਦੇ ਵਿੱਚ ਰਹਿੰਦਾ ਹੈ ਕਿ ਮੈਂ ਪਰਮਾਤਮਾ ਦੀ ਸੇਵਾ ਕਰਦਾ। ਪਰਮਾਤਮਾ ਦੀ ਤੂੰ ਸੇਵਾ ਕੀ ਕਰੇਂਗਾ? ਪਰਮਾਤਮਾ ਤੇ ਤੇਰੀ ਸੇਵਾ ਕਰ ਰਿਹਾ, ਸਾਰੀ ਸ੍ਰਿਸ਼ਟੀ ਦੀ ਸੇਵਾ ਕਰ ਰਿਹਾ ਹੈ। ਇਤਨਾ ਭੰਡਾਰ ਪਰਮਾਤਮਾ ਨੇ ਪਾਣੀ ਦਾ ਤਿਆਰ ਕੀਤਾ, ਮੁੱਕਦਾ ਹੀ ਨਹੀਂ। ਇਤਨਾ ਪਰਮਾਤਮਾ ਨੇ ਹਵਾ ਪੈਦਾ ਕੀਤੀ ਹੈ, ਮੁੱਕਦੇ ਹੀ ਨਹੀਂ।
किथे भी जाइए, भावें बाहर जाइए अंदर जाइए, जिथे मर्जी जाइए हवा मुकदी नहीं, साह ते आ रहा हर एक जगह ते। इतना वड्डा भंडार, इतना वड्डा भंडार परमात्मा ने तैयार किया है कि जितने सुख इनू चाहिए ने सब दे सब इहदी झोली दे विच पाए ने परमात्मा ने। पर यह परमात्मा नू चेते नहीं करता, सिमरन नहीं करता, उसकी बंदगी नहीं करता, ते सारी जिंदगी इस भुलेखे दे विच रहिंदा कि मैं परमात्मा की सेवा कर रही हाँ। इसे वास्ते कि जिन्नी मनुख दे अंदर दुविधा है वो सारी दी सारी खत्म होवे। इसे करके गुरु नानक देव साहिब जी महाराज ने अकाल पुरख दे शब्द मनुखता की झोली विच पाए ने कि तेरे दिमाग दे विचों सदा वास्ते गल निकल जावे मैं वाली, जिहड़ा मैं कर रहा, मैं परमात्मा की सेवा कर रहा है। परमात्मा की सेवा, परमात्मा नू चेते करना, परमात्मा का सिमरन करना, परमात्मा की बंदगी करनी, ये परमात्मा की सेवा है। ते बहुते मनुख ते सारी सारी जिंदगी इसे ही गल दे चक्कर दे विच रहिंदे ने कि असीं परमात्मा की सेवा करते हैं। हैरानगी की गल है कि गुरु अमरदास साहिब जी महाराज जियां दे बोल कदे पढ़े ही नहीं है। पढ़े की होणगे, कदे सुने ही नहीं है। की पढ़ना सी, की सुनना सी, ना तो पढ़न की लोड़ है ना सुनन की लोड़ है, बस सीधे ही परमात्मा की सेवा करो। परमात्मा की सेवा, परमात्मा तो कदे पूछे ही नहीं कि परमात्मा सेवा करनी केड़ी है, किवें करनी है, कदों करनी है, कदों करनी है। कईयां नूं ते ये भी नहीं पता कि करनी कदों है। विच दुनिया सेव कमाई है तां दरगह बैसन पाई है। सुखां दी भाल ते मनुख संसार दे विचों करदा सी, अपने माँ बाप तो नहीं मिले, मित्र दोस्तां तो नहीं मिले, एक पति नूं पत्नी तो नहीं मिले, एक पत्नी नूं पति तो सदैवी सुख नहीं मिले, तो सुख है किथे जिहड़े मिल जाण। वो है परमात्मा नूं सिमरन करना, परमात्मा नूं चेते करना, बंदगी करनी, गुर सेवा ते सुख उपजै, फिर दुख ना लगै आए। फिर पक्की गारंटी है कि ये सदैवी सुख ने जिहड़े कदे दुखां दे विच नहीं तब्दील होणगे, सदैवे सुख ने। जमन मरना मिट गया कालै का किछ ना बसाए। ऐ जमना और मरना जिहड़ा एक जमन ते मरण का बहुत बड़ा दुख लग्या होया है, ये भी जिहड़ा तेरा दुख है ये सदा वास्ते कट्टिया जाना, तू जन्म मरण तो रहित हो जाएगा। गुरु ग्रंथ साहिब जी महाराज जियां दी गुरबाणी नूं पढ़िया जाता है, सुनिया जाता है, इस वास्ते कि कुछ ना कुछ ज्ञान मनुखता की झोली दे विच पवे, कुछ ना कुछ ज्ञान तो मनुख की झोली दे विच पवे। पर मनुख पढ़ता भी है, मनुख सुनता भी है। गजब की गल है कि परमात्मा तो ज्ञान लेना भी नहीं चाहता कि परमात्मा ज्ञान तू अपने घर दे विच रख, मैं खुद ही बहुत बड़ा ज्ञानी है, मैनू तो सारियां गल्लां दा पता है, मैं बहुत बड़ा ज्ञानी हाँ। परमात्मा ने जितने धार्मिक अस्थानां की मर्यादा बनाई है, और ये सारी दी सारी मर्यादा परमात्मा ने इस वास्ते बनाई है कि इस मर्यादा दे विचों तो रहिंदा होया सच्चाई लभ लवे। धार्मिक मंदिरां की मर्यादा, गुरुद्वारियां की, डेरियां की, होर कितने दुनिया ते धार्मिक अस्थान ने, सब की आपो अपनी मर्यादा है। और ये मर्यादा बनाई इस वास्ते है कि तू इस मर्यादा दे विच रह के सच्चाई नूं लभ सके। अगर भाई जे सच्चाई नूं नहीं लभ सकिया तो तेरा मर्यादा दे विच रहना की मैंने रखदा है। जिन्ना मर्जी तंग शरीर नूं करी चल सारी जिंदगी, सारी जिंदगी आप तंग होए हैं
ਦੂਸਰਿਆਂ ਨੂੰ ਤੰਗ ਕੀਤਾ ਹੈ, ਮਰਿਆਦਾ ਦੇ ਵਿੱਚ ਰਿਹਾ, ਸੱਚਾਈ ਤੇ ਲੱਭੀ ਕੋਈ ਨਹੀਂ। ਜੋ ਕੁਛ ਤੂੰ ਮਰਿਆਦਾ ਦੇ ਵਿੱਚ ਲੱਭਣਾ ਸੀ ਉਹ ਤੇ ਲੱਭਿਆ ਕੋਈ ਨਹੀਂ, ਤੇ ਮਰਿਆਦਾ ਰੱਖਣ ਦਾ ਤੈਨੂੰ ਫਾਇਦਾ ਕੀ ਹੈ? ਕਿਉਂ ਮਰਿਆਦਾ ਰੱਖਦਾ ਰਿਹਾ? ਤੇ ਮਰਿਆਦਾ ਦੇ ਵਿੱਚ ਮਨੁੱਖ ਨੇ ਆਪਣਾ ਸਰੀਰ ਮਰਿਆਦਾ ਦੇ ਵਿੱਚ ਬੜੇ ਸੁਚੱਜੇ ਢੰਗ ਦੇ ਨਾਲ ਇਸ ਨੂੰ ਰੱਖਿਆ ਹੋਇਆ ਹੈ, ਮਰਿਆਦਾ ਦੇ ਵਿੱਚ ਸਰੀਰ ਨੂੰ ਲੈ ਆਉਂਦਾ ਹੈ। ਪਰ ਗਜਬ ਦੀ ਗੱਲ ਹੈ ਕਿ ਇਹ ਮਰਿਆਦਾ ਦੇ ਵਿੱਚੋਂ ਸੱਚਾਈ ਨਹੀਂ ਲੱਭ ਸਕਦਾ। ਜਿਤਨੀ ਮਰਿਆਦਾ ਅਕਾਲ ਪੁਰਖ ਮਹਾਰਾਜ ਜੀਆਂ ਨੇ ਬਣਾਈ ਹੈ, ਇਹ ਸਾਰੀ ਦੀ ਸਾਰੀ ਮਰਿਆਦਾ ਇਸ ਵਾਸਤੇ ਬਣਾਈ ਸੀ, ਇੱਕ ਸਹਾਰਾ ਬਖਸ਼ਿਆ ਸੀ ਪਰਮਾਤਮਾ ਨੇ ਕਿ ਮਨੁੱਖ ਸੱਚਾਈ ਤੱਕ ਪਹੁੰਚ ਸਕੇ ਮਰਿਆਦਾ ਦੇ ਕਾਰਨ ਕਰਕੇ। ਜਿਸ ਤਰ੍ਹਾਂ ਸਮਾਜ ਦੇ ਵਿੱਚ ਸਾਡਾ ਸਹਾਰਾ ਬਣਦੇ ਨੇ, ਪੁੱਤਰ ਧੀਆਂ ਸਾਡਾ ਸਹਾਰਾ ਬਣ ਜਾਂਦੇ ਨੇ। ਬਿਨਾਂ ਪੁੱਤਰ ਧੀਆਂ ਤੋਂ ਕੋਈ ਮਾਂ-ਬਾਪ ਆਪਣੇ ਆਪ ਨੂੰ ਨਹੀਂ ਅਖਵਾ ਸਕਦਾ, ਭਾਵੇਂ ਉਹਨਾਂ ਦੀ 100 ਸਾਲ ਦੀ ਜ਼ਿੰਦਗੀ ਵੀ ਕਿਉਂ ਨਾ ਹੋ ਜਾਵੇ, ਸਹਾਰਾ ਨੇ। ਮਰਿਆਦਾ ਇੱਕ ਪਰਮਾਤਮਾ ਨੇ ਸਹਾਰਾ ਬਣਾਈ ਸੀ ਕਿ ਮਰਿਆਦਾ ਦੇ ਵਿੱਚ ਰਹਿ ਕੇ ਤੂੰ ਸੱਚਾਈ ਤੱਕ ਪਹੁੰਚ ਜਾਵੇਂ। ਤੇ ਸੱਚਾਈ ਤੇ ਮਨੁੱਖ ਨੂੰ ਲੱਭੀ ਕੋਈ ਨਹੀਂ। ਸਾਰੀ ਜ਼ਿੰਦਗੀ ਆਪਣੇ ਸਰੀਰ ਨੂੰ ਮਰਿਆਦਾ ਦੇ ਵਿੱਚ ਇਹਨੇ ਦੁਖੀ ਕਰਦਾ ਰਿਹਾ, ਸਾਰੀ ਜ਼ਿੰਦਗੀ ਆਪ ਵੀ ਦੁਖੀ ਹੁੰਦਾ ਰਿਹਾ, ਦੂਜਿਆਂ ਨੂੰ ਵੀ ਦੁਖੀ ਕਰਦਾ ਰਿਹਾ। ਅਕਸਰੇ ਜੰਮਿਆ ਵੀ ਦੁਖੀ, ਰੋਂਦਾ ਦੁਖੀ, ਰਿਹਾ ਵੀ ਦੁਖੀ, ਮਰਨ ਲੱਗਿਆ ਵੀ ਦੁਖੀ ਹੋਇਆ, ਤਾਂ ਸਾਰੀ ਜ਼ਿੰਦਗੀ ਦੁੱਖਾਂ ਦੇ ਵਿੱਚ ਹੀ ਰਹੀ ਹੈ, ਮਿਲਿਆ ਕੁਛ ਵੀ ਨਹੀਂ ਹੈ। ਸੱਚਾਈ ਲੱਭੇ ਤਾਂ ਸੱਚਾਈ ਇਹ ਹੈ, ਉਹ ਹੈ ਗੁਰੂ ਦਾ ਸ਼ਬਦ। ਜਿਨ੍ਹਾਂ ਨੇ ਗੁਰੂ ਦੇ ਸ਼ਬਦ ਨੂੰ ਪੱਲੇ ਬੰਨ੍ਹਿਆ ਉਹਨਾਂ ਨੂੰ ਮਰਿਆਦਾ ਦੇ ਵਿੱਚੋਂ ਸੱਚਾਈ ਲੱਭ ਜਾਂਦੀ ਹੈ। ਜਿਨ੍ਹਾਂ ਨੇ ਕਿਸੇ ਪਖੰਡੀ ਬਾਬੇ ਦਾ ਪੱਲੂ ਪਕੜ ਲਿਆ ਉਹਨਾਂ ਨੂੰ ਇਕੱਲੀ ਮਰਿਆਦਾ ਹੀ ਰਹਿ ਜਾਂਦੀ ਹੈ, ਸੱਚਾਈ ਉਹਨਾਂ ਕੋਲ ਨਹੀਂ ਰਹਿੰਦੀ ਹੈ, ਮਿਲਦੀ ਨਹੀਂ। ਸੱਚਾਈ ਤੇ ਉਸ ਤੋਂ ਪ੍ਰਾਪਤ ਹੋਵੇਗੀ, ਸੱਚ ਤੇ ਉਸ ਤੋਂ ਪ੍ਰਾਪਤ ਹੋਵੇਗਾ ਜੋ ਆਪ ਸੱਚ ਹੈ। ਤੇ ਆਪ ਸੱਚ ਹੈ ਪਰਮਾਤਮਾ। ਜੋ ਪਰਮਾਤਮਾ ਆਦ ਸੱਚ, ਜੁਗਾਦ ਸੱਚ, ਹੈ ਭੀ ਸੱਚ, ਨਾਨਕ ਹੋਸੀ ਭੀ ਸੱਚ। ਜੋ ਪਰਮਾਤਮਾ ਆਪ ਸੱਚ ਹੈ, ਉਸ ਦੇ ਵਿੱਚੋਂ ਹੀ ਸੱਚਾਈ ਜਿਹੜੀ ਹੈ ਮਨੁੱਖ ਨੂੰ ਪ੍ਰਾਪਤ ਹੁੰਦੀ ਹੈ। ਗੁਰੂ ਸਾਹਿਬ ਜੀ ਮਹਾਰਾਜ ਕਿਰਪਾ ਕਰਨ। ਮਨੁੱਖ ਦੀ ਮੰਗ ਹੈ ਕਿ ਸੁੱਖ ਦੁਨੀਆ ਦੇ ਵਿੱਚੋਂ ਪ੍ਰਾਪਤ ਹੋ ਜਾਣ, ਪਰ ਇਹ ਸੁੱਖ ਮਿਲਦੇ ਕਿੱਥੋਂ ਨੇ? ਦੁੱਖਾਂ ਦੇ ਵਿੱਚ ਤਬਦੀਲ ਹੋ ਜਾਂਦੇ ਨੇ। ਇੱਕ ਸੁੱਖ ਐਸਾ ਹੈ ਜਿਹੜਾ ਪਰਮਾਤਮਾ ਤੋਂ ਮਿਲਦਾ ਹੈ, ਉਹ ਹੈ ਜਿਹੜਾ ਕਦੇ ਦੁੱਖਾਂ ਦੇ ਵਿੱਚ ਤਬਦੀਲ ਨਹੀਂ ਹੁੰਦਾ। ਤਾਂ ਗੁਰੂ ਸਾਹਿਬ ਜੀ ਮਹਾਰਾਜ ਮਹਾਨ ਬਖਸ਼ਿਸ਼ ਕਰਦੇ ਨੇ। ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਜੀਆਂ ਦਾ ਇਹ ਮਹਾਨ ਵਾਕ, ਗੁਰ ਸੇਵਾ ਤੇ ਸੁਖ ਉਪਜੈ ਫਿਰ ਦੁੱਖ ਨਾ ਲੱਗੈ ਆਏ, ਜੰਮਣ ਮਰਨਾ ਮਿਟ ਗਿਆ ਕਾਲੈ ਕਾ ਕਿਛ ਨਾ ਵਸਾਏ। ਗੁਰੂ ਸਾਹਿਬ ਜੀ ਮਹਾਰਾਜ ਜੀਆਂ ਦੀ ਪਵਿੱਤਰ ਗੁਰਬਾਣੀ ਹੈ, ਜਿਹੜੀ ਕਦਮ ਕਦਮ 'ਤੇ ਮਨੁੱਖ ਨੂੰ ਸਮਝਾਉਂਦੀ ਹੈ ਕਿ ਇੱਕ ਕਦਮ ਚੁੱਕਿਆ ਤੇ ਹੁਣ ਦੂਸਰਾ ਕਦਮ ਕਿਵੇਂ ਚੁੱਕਣਾ ਹੈ। ਇੱਕ ਵਾਰੀ ਬੋਲਿਆ, ਦੂਸਰੀ ਵਾਰ ਹੁਣ ਕਿਵੇਂ ਬੋਲਣਾ ਹੈ। ਕਦਮ ਕਦਮ 'ਤੇ ਪਲ ਪਲ 'ਤੇ ਗੁਰਬਾਣੀ ਮਨੁੱਖ ਨੂੰ ਸਮਝਾਉਂਦੀ ਹੈ। ਬਸ ਮਨੁੱਖ ਸਮਝਣ ਵਾਲਾ ਹੋਵੇ। ਗੁਰੂ ਸਾਹਿਬ ਜੀ ਮਹਾਰਾਜ ਕਿਰਪਾ ਕਰਨ। ਆਪਣਾ ਸਮਾਪਤੀ ਦਾ ਸਮਾਂ ਹੋ ਚੁੱਕਿਆ ਹੈ। ਭੁੱਲਾਂ ਚੁੱਕਾਂ ਦੀ ਖਿਮਾ। ਆਈਆਂ ਹੋਈਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ। ਪ੍ਰੇਮ ਦੇ ਨਾਲ ਸਾਰੀ ਸੰਗਤ ਬੁਲਾਇਓ। ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।